Attention Outlook। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 399ਵੇਂ ਅੰਗ ਦੀ ਬਾਣੀ ਦੇ ਵਿੱਚੋਂ ਅਸੀਂ ਦੋ ਪਾਠ ਸਿੱਖਣੇ ਨੇ। ਇੱਕ ਤੇ ਇਹ ਕਿ ਇਸ ਦੁਨੀਆ ਦੇ ਵਿੱਚ ਇੱਕ ਹੀ ਸਮੇਂ ਤੇ ਬੜੇ ਹੀ ਲੋਕ ਅਜਿਹੇ ਨੇ ਜੋ ਰੋ ਰਹੇ ਨੇ, ਕੋਈ ਨਾ ਕੋਈ ਦੁੱਖ ਉਹਨਾਂ ਤੇ ਆਣ ਪਿਆ ਹੈ, ਤੇ ਬੜੇ ਹੀ ਲੋਕ ਅਜਿਹੇ ਨੇ ਜਿਹੜੇ ਹੱਸ ਰਹੇ ਨੇ, ਜਿਹੜੇ ਖੁਸ਼ ਨੇ, ਜਿਨ੍ਹਾਂ ਦੇ ਵਿਹੜੇ ਵਿੱਚ ਕਿਸੇ ਖੁਸ਼ੀ ਨੇ ਦਸਤਕ ਦਿੱਤਾ ਹੈ। ਇਸ ਵਰਤਾਰੇ ਦਾ ਕੀ ਅਰਥ ਹੈ? ਇਹਨਾਂ ਦੋਹਾਂ ਹੀ ਵਰਤਾਰਿਆਂ ਦੇ ਵਿੱਚੋਂ ਗੁਜ਼ਰਨ ਵਾਲਿਆਂ ਚੋਂ ਕਾਮਯਾਬ ਕਿਹੜਾ ਹੈ? ਦੂਸਰਾ ਲੈਸਨ, ਦੂਜਾ ਪਾਠ ਹੋਰ ਵੀ ਮਹੱਤਵਪੂਰਨ ਹੈ, ਜਿਹਦੇ ਵਿੱਚ ਸਾਨੂੰ ਸਾਡੀ ਭੂਮਿਕਾ ਦੇ ਬਾਰੇ 'ਚ ਪਤਾ ਚੱਲਦਾ ਹੈ। ਸਾਡੇ ਹੀ ਜੀਵਨ ਦੇ ਵਿੱਚ ਅਕਸਰ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਇਸ ਦੁਨੀਆ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਵਾਪਰਦਾ ਹੈ। ਉਸ ਰਜ਼ਾ ਨੂੰ ਥੋੜ੍ਹਾ ਜਿਹਾ ਸਮਝਣ ਦਾ ਤੇ ਉਸ ਰਜ਼ਾ ਦੇ ਵਿੱਚ ਸਾਡਾ ਕੀ ਰੋਲ ਹੈ, ਸਾਡੀ ਕੀ ਭੂਮਿਕਾ, ਇਹ ਮੌਕਾ ਸਾਨੂੰ ਅੱਜ ਦੀ ਬਾਣੀ ਦੇ ਵਿੱਚ ਮਿਲੇਗਾ। ਸੋ ਜੇਕਰ ਤੁਹਾਨੂੰ ਲੱਗੇ ਕਿ ਅੱਜ ਦੀ ਵੀਡੀਓ ਦੇ ਰਾਹੀਂ ਜੋ ਗੁਰਬਾਣੀ ਦੀ ਵਿਆਖਿਆ ਤੁਸੀਂ ਸੁਣੀ ਹੈ ਉਹਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਕੋਈ ਨਾ ਕੋਈ ਵੈਲਿਊ ਐਡ ਹੋਈ ਹੈ, ਕੋਈ ਨਾ ਕੋਈ ਲਾਭ ਤੁਹਾਨੂੰ ਪ੍ਰਾਪਤ ਹੋਇਆ ਹੈ, ਤੇ ਅੱਗੇ ਲੋਕਾਂ ਤੱਕ ਵੀ ਜ਼ਰੂਰ ਸ਼ੇਅਰ ਕਰ ਦਿਓ। ਆਓ ਸ਼ੁਰੂ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 399ਵੇਂ ਅੰਗ ਦੀ ਬਾਣੀ ਦੀ ਵਿਆਖਿਆ। ਪਹਿਲੇ ਸ਼ਬਦ ਦੇ ਵਿੱਚ ਗੁਰੂ ਅਰਜਨ ਸਾਹਿਬ ਆਪਣੇ ਅਤੇ ਪ੍ਰਮਾਤਮਾ ਦੇ ਰਿਸ਼ਤੇ ਨੂੰ ਬਿਆਨ ਕਰਦੇ ਨੇ। ਲਿਖਦੇ ਹਨ, ਆਸਾ ਮਹਿਲਾ ਪੰਜਵਾਂ। ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ, ਤੂੰ ਮੇਰਾ ਠਾਕੁਰ ਹਮ ਤੇਰਾ ਦੁਆਰੇ। हे ਪ੍ਰਭੂ, ਤੂੰ ਮੇਰਾ ਦਰਿਆ ਹੈ, ਪਾਣੀ ਦੀ ਲਹਿਰ ਹੈ, ਮੈਂ ਤੇਰੀ ਮੱਛੀ ਹਾਂ। ਮੱਛੀ ਜਿੰਨਾ ਚਿਰ ਪਾਣੀ ਦੇ ਵਿੱਚ ਹੈ ਜੀਵਤ ਹੈ, ਉਸੇ ਪ੍ਰਕਾਰ ਹੀ ਪ੍ਰਮਾਤਮਾ ਜੀ ਜਦ ਤੱਕ ਮੈਂ ਤੁਹਾਡੇ ਲੜ ਲੱਗਿਆ ਹੋਇਆ ਹਾਂ, ਤੁਹਾਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ, ਤਦ ਤੱਕ ਹੀ ਮੇਰੇ ਕੋਲ ਆਤਮਿਕ ਜੀਵਨ ਹੈ। ਤੂੰ ਮੇਰਾ ਮਾਲਕ ਹੈ, ਮੈਂ ਤੇਰੇ ਦਰ ਤੇ ਆ ਡਿੱਗਿਆ ਹਾਂ। ਤੂੰ ਮੇਰਾ ਠਾਕੁਰ ਹਮ ਤੇਰਾ ਦੁਆਰੇ। ਤੂੰ ਮੇਰਾ ਕਰਤਾ ਹੋ ਸੇਵਕ ਤੇਰਾ, ਸ਼ਰਨ ਗਹੀ ਪ੍ਰਭ ਗੁਣੀ ਗਹੇਰਾ। ਰਹਾਓ, हे ਪ੍ਰਭੂ, ਤੂੰ ਮੇਰਾ ਕਰਤਾ ਹੈ, ਮੈਨੂੰ ਪੈਦਾ ਕਰਨ ਵਾਲਾ ਹੈ। ਹੋ ਸੇਵਕ ਤੇਰਾ, ਮੈਂ ਤੇਰਾ ਦਾਸ ਹਾਂ। हे ਸਾਰੇ ਗੁਣਾਂ ਦੇ ਡੂੰਘੇ ਸਮੁੰਦਰ ਪ੍ਰਭੂ, ਮੈਂ ਤੇਰੀ ਸ਼ਰਨ ਫੜੀ ਹੈ। ਤੂੰ ਮੇਰਾ ਜੀਵਨ, ਤੂੰ ਆਧਾਰ, ਤੁਝੈ ਪੇਖ ਬਿਗਸੈ ਕੌਲਾਰ। हे ਪ੍ਰਮਾਤਮਾ, ਤੂੰ ਹੀ ਮੇਰੀ ਜ਼ਿੰਦਗੀ ਦਾ ਮੂਲ ਹੈ, ਤੂੰ ਹੀ ਮੇਰਾ ਆਸਰਾ ਹੈ। ਤੈਨੂੰ ਵੇਖ ਕੇ ਹੀ ਮੇਰਾ ਹਿਰਦਾ ਇਉਂ ਖਿੜ ਜਾਂਦਾ ਹੈ ਜਿਵੇਂ ਕਮਲ ਦਾ ਫੁੱਲ ਖਿੜਦਾ ਹੋਵੇ। ਤੂੰ ਮੇਰੀ ਗਤ ਪਤ, ਤੂੰ ਪ੍ਰਵਾਨ, ਤੂੰ ਸਮਰੱਥ, ਮੈਂ ਤੇਰਾ ਤਾਣ। हे ਪ੍ਰਭੂ, ਤੂੰ ਹੀ ਮੇਰੀ ਉੱਚੀ ਆਤਮਿਕ ਅਵਸਥਾ, ਤੂੰ ਹੀ ਲੋਕ ਪਰਲੋਕ ਦੇ ਵਿੱਚ ਮੇਰੀ ਇੱਜ਼ਤ ਦਾ ਰਾਖਾ ਹੈ। ਤੂੰ ਸਭ ਕੁਝ ਕਰਨ ਦੇ ਸਮਰੱਥ ਹੈ, ਤੇ ਤੂੰ ਜੋ ਵੀ ਕਰਦਾ ਹੈ ਮੈਨੂੰ ਉਹੀ ਪ੍ਰਵਾਨ ਹੈ। ਖਿੜੇ ਮੱਥੇ ਮੈਂ ਉਹਨੂੰ ਸਵੀਕਾਰ ਕਰਦਾ ਹਾਂ ਤੇਰੀ ਰਜ਼ਾ ਸਮਝ ਕੇ। ਤੂੰ ਸਮਰੱਥ, ਮੈਂ ਤੇਰਾ ਤਾਣ, ਤੂੰ ਹਰ ਤਾਕਤ ਦਾ ਮਾਲਕ ਹੈ, ਮੈਨੂੰ ਤੇਰਾ ਹੀ ਸਹਾਰਾ ਹੈ। ਅਨ ਦਿਨ ਜਪੋ ਨਾਮ ਗੁਣਤਾਸ, ਨਾਨਕ ਕੀ ਪ੍ਰਭ ਪੈ ਅਰਦਾਸ। हे ਪ੍ਰਭੂ, हे ਗੁਣਾਂ ਦੇ ਖਜ਼ਾਨੇ, ਨਾਨਕ ਦੀ ਤੇਰੇ ਪਾਸ ਇਹ ਬੇਨਤੀ ਹੈ ਕਿ ਮੇਰੇ ਤੇ ਮਿਹਰ ਕਰ, ਮੈਂ ਸਦਾ ਹੀ ਹਰ ਵੇਲੇ ਹੀ ਤੇਰਾ ਨਾਮ ਜਪਦਾ ਰਹਾਂ, ਤੇ ਤੇਰਾ ਨਾਮ ਹੀ ਜਪਦਾ ਰਹਾਂ। ਆਸਾ ਮਹਿਲਾ ਪੰਜਵਾਂ। ਰੋਵਨ ਹਾਰੈ ਝੂਠ ਕਮਾਨਾ, ਹੱਸ ਹੱਸ ਸੋਗ ਕਰਤ ਬੇਗਾਨਾ। ਕੋ ਮੂਆ ਕਾ ਕੈ ਘਰ ਗਾਵਨ, ਕੋ ਰੋਵੈ ਕੋ ਹੱਸ ਹੱਸ ਪਾਵਨ। ਰਹਾਉ। ਰਹਾਉ ਵਾਲੀਆਂ ਪੰਕਤੀਆਂ ਦੀ ਵਿਆਖਿਆ ਪਹਿਲਾਂ ਕਰਦੇ ਹਾਂ। ਜਗਤ ਦੇ ਵਿੱਚ ਸੁੱਖ ਤੇ ਦੁੱਖ ਦਾ ਚੱਕਰ ਚੱਲਦਾ ਹੀ ਰਹਿੰਦਾ ਹੈ। ਕਿਤੇ ਕੋਈ ਮਰ ਗਿਆ ਹੈ ਤੇ ਉਸ ਘਰ ਦੇ ਵਿੱਚ ਰੋਣ ਚੱਲ ਰਿਹਾ ਹੈ। ਕੋ ਮੋਆ ਕਾ ਕੈ ਘਰ ਗਾਵਨ, ਕੋ ਰੋਵੈ ਕੋ ਹੱਸ ਹੱਸ ਪਾਵਨ। ਜਿਹਦੇ ਘਰ ਕੋਈ ਮਰ ਗਿਆ ਹੈ, ਮੌਤ ਹੋ ਗਈ ਹੈ, ਉੱਥੇ ਰੋਣ ਪਿੱਟਣ ਹੋ ਰਿਹਾ ਹੈ, ਤੇ ਕਿਸੇ ਘਰ ਦੇ ਵਿੱਚ ਉਸੇ ਹੀ ਸਮੇਂ ਤੇ ਖੁਸ਼ੀ ਦੇ ਗੀਤ ਗਾਏ ਜਾ ਰਹੇ ਨੇ। ਕੋਈ ਰੋਂਦਾ ਹੈ, ਕੋਈ ਹੱਸ ਹੱਸ ਪੈਂਦਾ ਹੈ। ਰੋਵਨ ਹਾਰੈ ਝੂਠ ਕਮਾਨਾ। ਗੁਰੂ ਸਾਹਿਬ ਕਹਿੰਦੇ ਜਿੱਥੇ ਕੋਈ ਮਰਦਾ ਤੇ ਉਸ ਮਰੇ ਹੋਏ ਨੂੰ ਕੋਈ ਰੋਂਦਾ ਹੈ, ਤਾਂ ਰੋਣ ਵਾਲਾ ਮਰੇ ਹੋਏ ਨੂੰ ਨਹੀਂ ਰੋਂਦਾ, ਆਪਣੇ ਨੁਕਸਾਨ ਨੂੰ ਰੋਂਦਾ ਹੈ, ਆਪਣੇ ਦੁੱਖਾਂ ਨੂੰ ਰੋਂਦਾ ਹੈ।
ਉਸ ਮਰ ਜਾਣ ਵਾਲੇ ਦੇ ਕਾਰਨ ਜੋ ਉਹਨੂੰ ਉਹਦੇ ਜੀਵਨ ਦੇ ਵਿੱਚ ਕਮੀ ਪਈ ਹੈ ਉਹਨੂੰ ਰੋਂਦਾ ਹੈ। ਜੋ ਕੰਮ, ਜੋ ਸਹਾਰਾ ਉਹ ਮਰ ਜਾਣ ਵਾਲਾ ਪ੍ਰਦਾਨ ਕਰਦਾ ਸੀ, ਉਹਨੂੰ ਲੱਗਦਾ ਹੈ ਕਿ ਉਹਦਾ ਉਹ ਕੰਮ ਨਹੀਂ ਹੋਏਗਾ, ਉਹਦਾ ਉਹ ਸਹਾਰਾ ਖੁੱਸ ਗਿਆ, ਉਹ ਤਾਂ ਰੋਂਦਾ ਹੈ। ਸੁਣਨ ਦੇ ਵਿੱਚ ਇਹ ਗੱਲ ਝੂਠ ਵੀ ਜਾਪ ਸਕਦੀ ਹੈ, ਪਰ ਯਕੀਨ ਮੰਨਿਓ ਇਹ 100% ਸੱਚ ਗੱਲ ਹੈ। ਤੁਸੀਂ ਜੇ ਥੋੜ੍ਹਾ ਜਿਹਾ ਡੂੰਘਾਈ ਦੇ ਨਾਲ ਇਸ ਵਰਤਾਰੇ ਨੂੰ ਵਾਚੋ ਤੇ ਸਮਝ ਦੇ ਵਿੱਚ ਲੱਗੇਗੀ ਕਿ ਜਦ ਕੋਈ ਮਰ ਜਾਂਦਾ ਹੈ ਅਸੀਂ ਉਹਦੇ ਜਾਣ ਨੂੰ ਨਹੀਂ ਰੋਂਦੇ, ਅਸੀਂ ਰੋਂਦੇ ਹਾਂ ਜੋ ਉਹ ਪਿੱਛੇ ਛੱਡ ਗਿਆ, ਜੋ ਉਹ ਜੀਵਨ ਦੇ ਵਿੱਚ ਆਪਣੇ ਕੰਮ ਅਧੂਰੇ ਛੱਡ ਗਿਆ, ਜੋ ਅਸੀਂ ਸੋਚਦੇ ਸੀ ਕਿ ਉਹ ਕਰੇਗਾ, ਅਸੀਂ ਉਹਦੇ ਤੇ ਆਸ ਲਾਈ ਹੋਈ ਸੀ ਕਿ ਉਹ ਕੰਮ ਕਰੇਗਾ, ਪਰ ਹੁਣ ਉਹ ਚਲਾ ਗਿਆ ਤਾਂ ਸਾਨੂੰ ਫਿਕਰ ਉਹਨਾਂ ਕੰਮਾਂ ਦੀ ਹੈ ਜੋ ਚਲਾ ਗਿਆ, ਉਹ ਤੇ ਚਲਾ ਗਿਆ। ਜਿਹਦੇ ਨਾਲ ਬੈਠ ਕੇ ਅਸੀਂ ਗੱਲਾਂ ਬਾਤਾਂ ਕਰਦੇ ਸੀ, ਮਨ ਪਰਚਾਉਂਦੇ ਸੀ, ਸਾਡੇ ਲਈ ਮਨ ਪਰਚਾਉਣ ਦਾ ਇੱਕ ਵਸੀਲਾ ਸੀ ਉਹ ਇਨਸਾਨ, ਹੁਣ ਉਹ ਚਲਾ ਗਿਆ ਤੇ ਸਾਨੂੰ ਦੁੱਖ ਇਸ ਕਰਕੇ ਲੱਗਦਾ ਕਿ ਸਾਡੇ ਮਨ ਪਰਚਾਵੇ ਦਾ ਇੱਕ ਵਸੀਲਾ ਚਲਾ ਗਿਆ, ਜਿਹਦੇ ਨਾਲ ਅਸੀਂ ਦੁੱਖ ਸੁੱਖ ਸਾਂਝੇ ਕਰਦੇ ਸੀ, ਉਹ ਵਸੀਲਾ ਚਲਾ ਗਿਆ, ਅਸੀਂ ਤਾਂ ਰੋਂਦੇ ਹਾਂ। ਉਹ ਚਲਾ ਗਿਆ ਇਸ ਕਰਕੇ ਨਹੀਂ ਰੋਂਦੇ, ਆਪਣੇ ਦੁੱਖਾਂ ਲਈ ਰੋਂਦੇ ਹਾਂ। ਗੁਰੂ ਸਾਹਿਬ ਇਹ ਸਾਨੂੰ ਸਮਝਾ ਰਹੇ ਨੇ ਤੇ ਗੱਲ ਬਿਲਕੁਲ ਸੱਚ ਹੈ। ਸੋ ਰੋਵਨ ਹਾਰੈ ਝੂਠ ਕਮਾਨਾ, ਹੱਸ ਹੱਸ ਸੋਗ ਕਰਤ ਬੇਗਾਨਾ। ਤੇ ਜੋ ਬੇਗਾਨੇ ਹੁੰਦੇ ਨੇ, ਜਿਹੜੇ ਸੋਗ ਕਰਨ ਦੇ ਲਈ ਆਉਂਦੇ ਨੇ, ਉਹ ਹੱਸ ਹੱਸ ਕੇ ਅਫਸੋਸ ਕਰਦੇ ਨੇ, ਇਹਦੇ ਵਿੱਚ ਵੀ ਕੋਈ ਝੂਠ ਨਹੀਂ ਹੈ। ਅਸੀਂ ਵੇਖਦੇ ਹਾਂ ਅਕਸਰ ਹੀ ਸੋਗ ਕਰਨ ਦੇ ਲਈ ਲੋਕ ਜਦੋਂ ਜਾਂਦੇ ਨੇ, ਰਸਤੇ ਦੇ ਵਿੱਚ ਜਾ ਰਹੇ ਨੇ, ਉਹਨਾਂ ਨੂੰ ਕੋਈ ਕਮੀ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਵੀ ਦੁੱਖ ਨਹੀਂ, ਉਹ ਹੱਸਦੇ ਆਪਣੀਆਂ ਗੱਲਾਂ ਦੇ ਵਿੱਚ ਮਸਤ ਜਾ ਰਹੇ ਨੇ ਤੇ ਸੋਗ ਵਾਲੇ ਘਰ ਦੇ ਵਿੱਚ ਜਾਂਦੇ ਹੀ ਉਹ ਆਪਣਾ ਜੋ ਰਵੱਈਆ ਹੈ ਉਹਨੂੰ ਬਦਲ ਲੈਂਦੇ। ਉੱਥੇ ਜਾ ਕੇ ਵੀ ਚੰਦ ਮਿੰਟ ਸੋਗ ਦੀਆਂ ਗੱਲਾਂ ਕਰਕੇ ਬਾਅਦ ਦੇ ਵਿੱਚ ਆਪਸ ਦੀਆਂ ਗੱਲਾਂ ਦੇ ਵਿੱਚ ਮਸ਼ਰੂਫ ਹੋ ਜਾਂਦੇ ਨੇ। ਹੱਸ ਹੱਸ ਸੋਗ ਕਰਤ ਬੇਗਾਨਾ, ਬਾਲ ਵਿਵਸਥਾ ਤੇ ਬਿਰਦਾਨਾ, ਪਹੁੰਚ ਨਾ ਮੂਕਾ ਫਿਰ ਪਛਤਾਨਾ। ਪਹੁੰਚ ਨਾ ਮੂਕਾ ਤੋਂ ਭਾਵ ਕਿ ਹਜੇ ਮਸਾਂ ਹੀ ਪਹੁੰਚਦਾ ਹੈ। ਬਾਲ ਉਮਰ ਤੋਂ ਲੈ ਕੇ ਬੁੱਢਾ ਹੋਣ ਤੱਕ ਜੋ ਇਨਸਾਨ ਹੈ ਉਹ ਆਪਣੀ ਅਗਲੀ ਉਮਰ ਦੇ ਬਾਰੇ 'ਚ ਸੋਚ ਕੇ ਹੀ ਆਸਾਂ ਲਾਉਂਦਾ ਰਹਿੰਦਾ ਹੈ। ਉਹ ਇਹੀ ਸੋਚਦਾ ਰਹਿੰਦਾ ਹੈ ਕਿ ਹੁਣ ਤੇ ਮੇਰਾ ਜੀਵਨ ਦੁੱਖਾਂ ਵਾਲਾ ਹੈ, ਪਰ ਅੱਗੇ ਸੁੱਖ ਦੀ ਘੜੀ ਆਏਗੀ ਅਗਲੇ ਜੀਵਨ ਦੇ ਵਿੱਚ। ਜਦੋਂ ਬੱਚਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਜਵਾਨ ਹੋ ਗਿਆ ਤਾਂ ਸੁੱਖ ਦੀ ਘੜੀ ਆਏਗੀ, ਜਵਾਨ ਹੋ ਜਾਂਦਾ ਹੈ ਤਾਂ ਲੱਗਦਾ ਹੈ ਕਿ ਜਦੋਂ ਅਧਖੜ ਉਮਰ ਦੇ ਹੋ ਗਏ ਤਾਂ ਸੁਖੀ ਹੋ ਜਾਵਾਂਗੇ, ਅਧਖੜ ਉਮਰ ਦਾ ਹੋ ਜਾਂਦਾ ਤੇ ਲੱਗਦਾ ਹੈ ਕਿ ਬੁਢਾਪੇ ਦੇ ਵਿੱਚ ਹੀ ਸੁੱਖ ਮਾਣਾਂਗੇ। ਸੋ ਜਿਸ ਉਮਰ ਦੇ ਵਿੱਚ ਹੈ ਉਹਦੇ ਬਾਰੇ ਨਾ ਸੋਚ ਕੇ ਭਵਿੱਖ ਦੇ ਵਿੱਚ ਜਿਹੜੀ ਉਮਰ 'ਚ ਜਾਣਾ ਹੈ ਉਹਦੇ ਤੇ ਆਸਾਂ ਇਨਸਾਨ ਲਾਉਂਦਾ ਰਹਿੰਦਾ ਹੈ ਤੇ ਉਸ ਅਵਸਥਾ ਤੇ ਮਸਾਂ ਹੀ ਪਹੁੰਚਦਾ ਹੈ ਕਿ ਉਦੋਂ ਅਗਲੀ ਅਵਸਥਾ ਤੇ ਆਸ ਲਾਉਣ ਲੱਗ ਜਾਂਦਾ ਹੈ। ਬਾਲ ਵਿਵਸਥਾ ਤੇ ਬਿਰਦਾਨਾ, ਪਹੁੰਚ ਨਾ ਮੂਕਾ ਫਿਰ ਪਛਤਾਨਾ। ਜਦੋਂ ਜਵਾਨੀ ਦੇ ਵਿੱਚ ਅਧਖੜ ਉਮਰ ਤੇ ਆਸ ਲਾਈ ਬੈਠਾ ਹੁੰਦਾ ਹੈ ਤੇ ਅਧਖੜ ਉਮਰ ਤੇ ਪਹੁੰਚ ਜਾਂਦਾ, ਪਰ ਜੀਵਨ ਫਿਰ ਵੀ ਉੱਦਾਂ ਦਾ ਹੀ ਆ, ਜੀਵਨ ਦੇ ਵਿੱਚੋਂ ਦੁੱਖ ਫਿਰ ਵੀ ਖਤਮ ਨਹੀਂ ਹੋਏ। ਹਾਂ, ਇਹ ਹੋ ਸਕਦਾ ਹੈ ਜਵਾਨੀ ਵੇਲੇ ਦੁੱਖ ਹੋਰ ਪ੍ਰਕਾਰ ਦੇ ਸੀ, ਹੁਣ ਹੋਰ ਪ੍ਰਕਾਰ ਦੇ ਨੇ, ਪਰ ਦੁੱਖ ਖਤਮ ਨਹੀਂ ਹੋਏ। ਜਦੋਂ ਖਤਮ ਨਹੀਂ ਹੁੰਦੇ ਤੇ ਫਿਰ ਪਛਤਾਉਂਦਾ ਹੈ, ਕਿਉਂਕਿ ਉਹਨੇ ਤੇ ਆਸ ਲਾਈ ਸੀ ਜਦੋਂ ਜਵਾਨ ਸੀ ਕਿ ਅਧਖੜ ਹੋ ਗਿਆ ਤਾਂ ਦੁੱਖ ਖਤਮ ਹੋ ਜਾਣਗੇ, ਪਰ ਉਹ ਨਹੀਂ ਹੋਏ, ਨਹੀਂ ਖਤਮ ਹੋਏ ਤੇ ਫਿਰ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਤ੍ਰਹਿ ਗੁਣ ਮੈਂ ਵਰਤੈ ਸੰਸਾਰਾ, ਨਰਕ ਸੁਰਗ ਫਿਰ ਅਵਤਾਰਾ। ਇਹ ਜਗਤ ਮਾਇਆ ਦੇ 3 ਗੁਣਾਂ ਦੇ ਪ੍ਰਭਾਵ ਵਿੱਚ ਉਹਨਾਂ ਦੀ ਦੌੜ ਭੱਜ ਕਰ ਰਿਹਾ ਹੈ। ਮੁੜ ਮੁੜ ਕਦੇ ਨਰਕਾਂ ਵਿੱਚ ਦੁੱਖਾਂ ਵਿੱਚ, ਕਦੇ ਸੁਰਗਾਂ ਵਿੱਚ ਸੁੱਖਾਂ ਵਿੱਚ ਪੈਂਦਾ ਹੈ, ਸੁੱਖ ਮਾਣਦਾ ਹੈ, ਦੁੱਖ ਭੋਗਦਾ ਹੈ। ਕਹੋ ਨਾਨਕ ਜੋ ਲਾਇਆ ਨਾਮ, ਸਫਲ ਜਨਮ ਤਾਂ ਕਾ ਪ੍ਰਵਾਨ। ਹੇ ਨਾਨਕ, ਆਖ ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਵਿੱਚ ਜੋੜਦਾ ਹੈ ਉਹਦਾ ਜਨਮ ਅਸਲ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਨਾ ਤਾਂ ਕਿਸੇ ਦੇ ਮਰੇ ਤੇ ਰੋਣ ਵਾਲਾ ਕਾਮਯਾਬ ਹੁੰਦਾ, ਨਾ ਹੀ ਕਿਸੇ ਖੁਸ਼ੀ ਦੇ ਆਏ ਤੇ ਹੱਸਣ ਵਾਲਾ ਕਾਮਯਾਬ ਹੁੰਦਾ, ਨਾ ਹੀ ਆਪਣੀ ਅਗੇਰੀ ਉਮਰ ਨੂੰ ਦੁੱਖਾਂ ਤੋਂ ਮੁਕਤ ਕਰਨ ਦੀ ਆਸ ਰੱਖਣ ਵਾਲਾ ਕਾਮਯਾਬ ਹੁੰਦਾ। ਕਾਮਯਾਬ ਉਹ ਹੁੰਦਾ ਹੈ ਜੋ ਪ੍ਰਭੂ ਦੇ ਨਾਮ ਵਿੱਚ ਜੁੜਦਾ। ਤੇ ਇਸ ਕਾਮਯਾਬੀ ਦਾ ਅਰਥ ਕੀ ਹੈ, ਇਹ ਆਪਾਂ ਵੀਡੀਓ ਦੇ ਵਿੱਚ ਹੀ ਅੱਗੇ ਚੱਲ ਕੇ ਕਰਾਂਗੇ।
ਕਿ ਅਸਲ ਦੇ ਵਿੱਚ ਕਾਮਯਾਬੀ ਹੈ ਕੀ। ਆਸਾ ਮਹਿਲਾ ਪੰਜਵਾਂ। ਸੋਏ ਰਹੀ ਪ੍ਰਭ ਖਬਰ ਨਾ ਜਾਨੀ, ਭੋਰ ਭਇਆ ਬਹੁਰ ਪਛਤਾਨੀ। ਭੋਰ ਭਇਆ ਤੋਂ ਭਾਵ ਰਾਤ ਦਾ ਅੰਤ ਤੇ ਦਿਨ ਦੀ ਸ਼ੁਰੂਆਤ। ਇਸ ਜੀਵਨ ਨੂੰ ਗੁਰੂ ਸਾਹਿਬ ਨੇ ਰਾਤ ਕਿਹਾ ਤੇ ਮੌਤ ਨੂੰ ਦਿਨ ਦਾ ਚੜ੍ਹਨਾ ਕਿਹਾ। ਰਾਤ ਨੂੰ ਅਸੀਂ ਅਕਸਰ ਸੌਂਦੇ ਹਾਂ, ਦਿਨ ਚੜ੍ਹਦੇ ਅਸੀਂ ਜਾਗ ਜਾਂਦੇ ਹਾਂ। ਗੁਰੂ ਸਾਹਿਬ ਕਹਿੰਦੇ ਸੋਏ ਰਹੀ ਪ੍ਰਭ ਖਬਰ ਨਾ ਜਾਨੀ, ਕਿ ਜੀਵ ਇਸਤਰੀ ਜੀਵਨ ਭਰ ਮਾਇਆ ਦੇ ਮੋਹ ਦੀ ਨੀਂਦ ਦੇ ਵਿੱਚ ਸੁੱਤੀ ਰਹਿੰਦੀ ਹੈ, ਪ੍ਰਮਾਤਮਾ ਦੀ ਖਬਰ ਨਹੀਂ ਸਮਝਦੀ, ਪ੍ਰਮਾਤਮਾ ਨੂੰ ਕੁਝ ਵੀ ਨਹੀਂ ਸਮਝਦੀ। ਪ੍ਰਭੂ ਦੇ ਮਿਲਾਪ ਦੀ ਉਹਨੂੰ ਕੋਈ ਸਿੱਖਿਆ ਦੇਵੇ ਤੇ ਉਹਨੂੰ ਮੰਨਦੀ ਨਹੀਂ। ਭੋਰ ਭਇਆ, ਜਦੋਂ ਜੀਵਨ ਦੀ ਇਹ ਰਾਤ ਮੁੱਕਦੀ ਹੈ, ਮੌਤ ਦਾ ਜਦੋਂ ਦਿਨ ਚੜ੍ਹਨਾ ਹੁੰਦਾ ਹੈ, ਉਦੋਂ ਪਛਤਾਉਂਦੀ ਹੈ, ਬਹੁਰ ਪਛਤਾਨੀ। ਪ੍ਰਿਯ ਪ੍ਰੇਮ ਸਹਿਜ ਮਨ ਆਨੰਦ ਧਰੋਰੀ, ਪ੍ਰਭ ਮਿਲਬੇ ਕੀ ਲਾਲਸਾ, ਤਾਂ ਤੇ ਆਲਸ ਕਹਾਂ ਕਰੋਰੀ। ਰਹਾਓ। ਹੇ ਸਖੀ, ਪਿਆਰੇ ਪ੍ਰਭੂ ਦੇ ਪ੍ਰੇਮ ਦੀ ਬਰਕਤ ਨਾਲ ਆਤਮਿਕ ਅਡੋਲਤਾ ਵਿੱਚ ਟਿਕ ਕੇ ਮੈਂ ਆਪਣੇ ਮਨ ਵਿੱਚ ਉਸ ਦੇ ਦਰਸ਼ਨ ਦੀ ਤਾਂਘ ਦਾ ਆਨੰਦ ਟਿਕਾਈ ਬੈਠੀ ਹਾਂ। ਹੇ ਸਖੀ, ਮੇਰੇ ਅੰਦਰ ਹਰ ਵੇਲੇ ਪ੍ਰਭੂ ਦੇ ਮਿਲਾਪ ਦੀ ਤਾਂਘ ਬਣੀ ਰਹਿੰਦੀ ਹੈ। ਇਸ ਵਾਸਤੇ ਉਸ ਨੂੰ ਯਾਦ ਰੱਖਣ ਵੱਲੋਂ ਮੈਂ ਕਦੇ ਵੀ ਆਲਸ ਨਹੀਂ ਕਰ ਸਕਦੀ। ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਕਰਮ ਹੈ ਭਾਵ ਹੱਥਾਂ ਦੇ ਵਿੱਚ, ਨਿਸਾਰਿਓ ਤੋਂ ਭਾਵ ਪਾ ਦੇਣਾ। ਪ੍ਰਮਾਤਮਾ ਨੇ ਮਨੁੱਖਾ ਜਨਮ ਦੇ ਕੇ ਸਾਡੇ ਹੱਥਾਂ ਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ, ਅੰਮ੍ਰਿਤ ਜਲ ਪਾ ਦਿੱਤਾ ਹੈ। ਖਿਸਰ ਗਇਓ ਭੂਮ ਪਰ ਡਾਰਿਓ, ਪਰ ਅਸੀਂ ਉਸ ਨਾਮ ਜਲ ਦੀ ਮਹੱਤਤਾ ਸਮਝੀ ਨਹੀਂ, ਉਸ ਨਾਮ ਜਲ ਨੂੰ ਬੋਚਿਆ ਨਹੀਂ, ਉਹਨੂੰ ਆਪਣੇ ਹੱਥਾਂ ਦੇ ਵਿੱਚੋਂ ਖਿਸਕ ਜਾਣ ਦਿੱਤਾ ਤੇ ਧਰਤੀ ਦੇ ਉੱਪਰ ਡਿੱਗ ਜਾਣ ਦਿੱਤਾ। ਭਾਵ ਕਿ ਪ੍ਰਮਾਤਮਾ ਨੇ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਆ ਤੇ ਅਸੀਂ ਇਸ ਮਨੁੱਖੇ ਜਨਮ ਦੀ ਕਦਰ ਨਾ ਪਾਉਂਦੇ ਹੋਏ ਆਪਣੇ ਆਪ ਨੂੰ ਵਿਕਾਰਾਂ ਦੇ ਵਿੱਚ ਗ੍ਰਸਤ ਕਰ ਲਿਆ। ਸਾਧ ਮੋਹੇ ਲਾਦੀ ਹੰਕਾਰੇ, ਦੋਸ਼ ਨਾਹੀ ਪ੍ਰਭ ਕਰਨਾ ਹਾਰੇ। ਵਿਕਾਰਾਂ ਦੇ ਵਿੱਚ ਅਸੀਂ ਖੁਦ ਫਸਦੇ ਹਾਂ। ਆਪਣੇ ਜੀਵਨ ਦੇ ਫੈਸਲੇ ਵਿਕਾਰਾਂ ਨੂੰ ਪੂਰਾ ਕਰਨ ਦੇ ਲਈ ਕਰਦੇ ਹਾਂ ਤੇ ਦੋਸ਼ਵਾਦ ਦੇ ਵਿੱਚ ਅਸੀਂ ਪ੍ਰਮਾਤਮਾ ਨੂੰ ਦੇ ਦਿੰਦੇ ਹਾਂ ਕਿ ਪ੍ਰਮਾਤਮਾ ਨੇ ਮੈਨੂੰ ਜੀਵਨ ਦੇ ਵਿੱਚ ਕੁਝ ਵੀ ਨਹੀਂ ਬਖਸ਼ਿਆ, ਮੈਨੂੰ ਤੇ ਦੁੱਖ ਹੀ ਦੁੱਖ ਦਿੱਤੇ ਨੇ। ਗੁਰੂ ਸਾਹਿਬ ਕਹਿੰਦੇ ਨੇ ਦੋਸ਼ ਨਾਹੀ ਪ੍ਰਭ ਕਰਨਾ ਹਾਰੇ। ਪ੍ਰਭੂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਪ੍ਰਭੂ ਨੇ ਸਾਨੂੰ ਜੀਵਨ ਦੇ ਵਿੱਚ ਹਰ ਵਕਤ ਹੀ ਦੋ ਮੌਕੇ ਦਿੱਤੇ ਨੇ, ਉਹਨਾਂ ਦੇ ਵਿੱਚੋਂ ਚੁਣਨਾ ਕਿਹੜਾ ਇਹ ਸਾਡੇ ਤੇ ਆ। ਸਾਨੂੰ ਉਸ ਪ੍ਰਮਾਤਮਾ ਨੇ ਇੱਕ ਦਿਮਾਗ ਬਖਸ਼ਿਆ ਜਿਹਦਾ ਇਸਤੇਮਾਲ ਕਰਕੇ ਅਸੀਂ ਫੈਸਲੇ ਲੈਂਦੇ ਹਾਂ। ਕੋਈ ਵੀ ਫੈਸਲਾ ਲੈਣ ਵੇਲੇ ਯਾਦ ਰੱਖਿਓ, ਮਾੜੇ ਤੋਂ ਮਾੜਾ ਫੈਸਲਾ ਲੈਣ ਵੇਲੇ ਵੀ ਉਹਦੇ ਬਰਾਬਰ ਦਾ ਉਸੇ ਵਕਤ ਜੋ ਅਸੀਂ ਚੰਗਾ ਫੈਸਲਾ ਲੈ ਸਕਦੇ ਹਾਂ ਉਹ ਸਾਡੇ ਮਨ ਵਿੱਚ ਜ਼ਰੂਰ ਹੁੰਦਾ ਹੈ। ਉਹ ਪ੍ਰਮਾਤਮਾ ਨੇ ਸਾਡੇ ਵਿੱਚ ਸਮਰੱਥਾ ਬਖਸ਼ੀ ਹੈ। ਜੇ ਕੋਈ ਚੋਰ ਚੋਰੀ ਕਰਨ ਜਾਂਦਾ ਹੈ, ਉਹਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਹੁੰਦੀ ਹੈ, ਉਹਦੇ ਮਨ ਦਾ ਇੱਕ ਹਿੱਸਾ ਉਹਨੂੰ ਇਹ ਜ਼ਰੂਰ ਕਹਿੰਦਾ ਹੈ ਕਿ ਤੂੰ ਗਲਤ ਕਰ ਰਿਹਾ ਹੈ, ਨਾ ਕਰ। ਇੰਝ ਹੀ ਕੋਈ ਵੀ ਗਲਤ ਕੰਮ, ਦੁਨੀਆ ਦਾ ਛੋਟੇ ਤੋਂ ਵੱਡਾ ਗਲਤ ਕੰਮ ਕਰਨ ਵੇਲੇ ਕਰਨ ਵਾਲੇ ਦੇ ਮਨ ਵਿੱਚ ਇਹ ਜ਼ਰੂਰ ਹੁੰਦਾ ਹੈ ਕਿ ਇਹ ਕੰਮ ਗਲਤ ਹੈ, ਉਹਨੂੰ ਨਹੀਂ ਕਰਨਾ ਚਾਹੀਦਾ, ਪਰ ਉਹ ਨਹੀਂ ਮੰਨਦਾ। ਉਹ ਫਿਰ ਵੀ ਉਸ ਗਲਤ ਕੰਮ ਨੂੰ ਕਰਦਾ ਹੈ ਤੇ ਉਹਦਾ ਜੋ ਨਤੀਜਾ ਆਉਂਦਾ ਹੈ ਉਹਦਾ ਦੋਸ਼ ਫਿਰ ਉਹ ਪ੍ਰਮਾਤਮਾ ਨੂੰ ਦਿੰਦਾ ਹੈ। ਇਹੀ ਗੱਲ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਫੈਸਲਾ ਤੁਹਾਡੇ ਹੱਥ ਵਿੱਚ ਹੈ, ਤੁਸੀਂ ਫੈਸਲਾ ਕਰ ਸਕਦੇ ਹੋ। ਫੈਸਲਾ ਕਰਨ ਦੇ ਲਈ ਦਿਮਾਗ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਹੈ। ਫੈਸਲਾ ਕਰਨ ਵੇਲੇ ਤੁਹਾਨੂੰ ਦੋ ਵੱਖ-ਵੱਖ ਪਹਿਲੂ ਵੀ ਉਸ ਪ੍ਰਮਾਤਮਾ ਨੇ ਬਖਸ਼ੇ ਆ, ਪਰ ਗਲਤ ਵਾਲਾ ਪਹਿਲੂ ਤੁਸੀਂ ਚੁਣਿਆ। ਹੁਣ ਦੋਸ਼ ਪ੍ਰਮਾਤਮਾ ਨੂੰ ਨਾ ਦਿਓ। ਉਹ ਚੁਣਿਆ ਕਿਉਂ? ਸਾਧ ਮੋਹੇ ਲਾਦੀ ਹੰਕਾਰੀ, ਕਿਉਂਕਿ ਤੁਸੀਂ ਪਦਾਰਥਾਂ ਦੇ ਸਵਾਦ ਵਿੱਚ, ਮਾਇਆ ਦੇ ਮੋਹ ਵਿੱਚ, ਆਪਣੇ ਹੰਕਾਰ ਦੇ ਵਿੱਚ ਦੱਬੇ ਹੋਏ ਸੀ। ਇਹਨਾਂ ਵਿਕਾਰਾਂ ਦੀ ਪੂਰਤੀ ਦੇ ਲਈ ਗਲਤ ਵਾਲਾ ਫੈਸਲਾ ਤੁਸੀਂ ਲਿਆ। ਸਾਧ ਸੰਗ ਮਿਟੇ ਭਰਮ ਅੰਧਾਰੇ, ਨਾਨਕ ਮੇਲੀ ਸਿਰਜਣਹਾਰੇ। ਇੱਥੇ ਸਾਨੂੰ ਗੁਰੂ ਸਾਹਿਬ ਸਮੱਸਿਆ ਦਾ ਸਮਾਧਾਨ ਵੀ ਬਖਸ਼ਦੇ ਹੈ।
ਹੱਲ ਵੀ ਦਿੰਦੇ ਆ। ਕਹਿੰਦੇ ਸਾਧ ਸੰਗਤ ਦੇ ਵਿੱਚ ਜੁੜੋ, ਤੁਹਾਡੇ ਮਨ ਦੇ ਜਿਹੜੇ ਭਰਮ ਨੇ ਉਹ ਦੂਰ ਹੋ ਜਾਣਗੇ। ਕੋਈ ਵੀ ਫੈਸਲਾ ਲੈਣ ਵੇਲੇ ਤੁਸੀਂ ਜੋ ਚਿੱਤੀ ਦੇ ਵਿੱਚ ਹੁੰਨੇ ਹੋ ਤੇ ਅਕਸਰ ਵਿਕਾਰਾਂ ਦੇ ਪ੍ਰਭਾਵ ਅਧੀਨ ਗਲਤ ਵਾਲਾ ਫੈਸਲਾ ਲੈ ਲੈਂਦੇ ਹੋ, ਸਾਧ ਸੰਗਤ ਦੇ ਵਿੱਚ ਜੁੜੋ, ਤੁਹਾਡੀ ਉਹ ਦੁਚਿੱਤੀ ਹੀ ਦੂਰ ਹੋ ਜਾਏਗੀ। ਜੋ ਗਲਤ ਵਾਲਾ ਫੈਸਲਾ ਹੋਵੇਗਾ ਤੁਹਾਡੇ ਮਨ ਦੇ ਵਿੱਚ ਜ਼ਰੂਰ ਹੋਏਗਾ ਕਿ ਤੁਸੀਂ ਇਹ ਫੈਸਲਾ ਵੀ ਲੈ ਸਕਦੇ ਹੋ, ਪਰ ਜੋ ਸਹੀ ਵਾਲਾ ਫੈਸਲਾ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੋਏਗਾ। ਗਲਤ ਵਾਲਾ ਫੈਸਲਾ ਥੱਲੇ ਹੀ ਦੱਬਿਆ ਜਾਏਗਾ, ਤੁਸੀਂ ਚੰਗੇ ਫੈਸਲੇ ਹੀ ਲਓਗੇ। ਸਾਧ ਸੰਗਤ ਦੇ ਵਿੱਚ ਜੁੜੋ, ਮਨ ਦੀਆਂ ਇਹਨਾਂ ਭਟਕਣਾਂ ਨੂੰ, ਦੁਚਿੱਤੀਆਂ ਨੂੰ ਦੂਰ ਕਰੋ। ਸਾਧ ਸੰਗਤ ਤੁਹਾਨੂੰ ਸਿਰਜਣਹਾਰ ਪ੍ਰਮਾਤਮਾ ਦੇ ਨਾਲ ਜੁੜਨ ਦੇ ਵਿੱਚ ਸਹਾਇਤਾ ਕਰੇਗੀ। ਆਸਾ ਮਹਿਲਾ ਪੰਜਵਾਂ। ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ। ਹੇ ਪਿਆਰੇ ਪ੍ਰਭੂ, ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰੇ ਸੋਹਣੇ ਚਰਨਾਂ ਦੇ ਨਾਲ ਜੁੜੇ ਰਹਿਣ ਦੀ ਆਸ ਪੈਦਾ ਹੋ ਜਾਂਦੀ ਹੈ, ਜਮਦੂਤ ਵੀ ਉਸ ਉੱਤੇ ਆਪਣਾ ਜ਼ੋਰ ਨਾ ਪੈਂਦਾ ਵੇਖ ਕੇ ਉਹਦੇ ਕੋਲੋਂ ਦੂਰ ਭੱਜ ਜਾਂਦੇ ਨੇ, ਉਹਨਾਂ ਨੂੰ ਆਤਮਿਕ ਮੌਤ ਨਹੀਂ ਆਉਂਦੀ। ਤੂੰ ਚਿੱਤ ਆਵੈ ਤੇਰੀ ਮਾਇਆ, ਸਿਮਰਤ ਨਾਮ ਸਗਲ ਰੋਗ ਖਇਆ ਰਹਾਉ। ਇਹ ਪ੍ਰਭੂ, ਜਿਸ ਮਨੁੱਖ ਉੱਤੇ ਤੇਰੀ ਮਾਇਆ ਹੁੰਦੀ ਹੈ, ਮਿਹਰ ਹੁੰਦੀ ਹੈ, ਉਸ ਦੇ ਚਿੱਤ ਵਿੱਚ ਤੂੰ ਆ ਵਸਦਾ ਹੈ। ਤੇਰਾ ਨਾਮ ਸਿਮਰਦਿਆਂ ਉਹਦੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ। ਅਨਕ ਦੁਖ ਦੇਵੈ ਅਵਰਾ ਕਉ, ਪਹੁੰਚ ਨਾ ਸਕੈ ਜਨ ਤੇਰੇ ਕੋ। ਇਹ ਜੋ ਜਮਦੂਤ ਹੈ ਹੋਰਨਾਂ ਨੂੰ ਅਨੇਕਾਂ ਕਿਸਮ ਦੇ ਦੁੱਖ ਦਿੰਦਾ ਹੈ, ਪਰ ਜੋ ਤੇਰੇ ਸੇਵਕ ਨੇ ਉਹਨਾਂ ਦੇ ਇਹ ਨੇੜੇ ਨਹੀਂ ਤੁਕਦਾ, ਢੋਕੀ ਨਹੀਂ ਸਕਦਾ। ਦਰਸ਼ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਬਸੈ ਬੈਰਾਗੀ। ਹੇ ਪ੍ਰਭੂ, ਜਿਸ ਮਨੁੱਖ ਦੇ ਮਨ ਵਿੱਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੁੰਦੀ ਹੈ, ਉਹ ਮਾਇਆ ਵੱਲੋਂ ਵੈਰਾਗਵਾਨ ਹੋ ਕੇ ਆਤਮਿਕ ਅਡੋਲਤਾ ਦੇ ਆਨੰਦ ਵਿੱਚ ਟਿਕਿਆ ਰਹਿੰਦਾ ਹੈ। ਨਾਨਕ ਕੀ ਅਰਦਾਸ ਸੁਣੀ ਜੈ, ਕੇਵਲ ਨਾਮ ਹਿਰਦੈ ਮਹਿ ਦੀਜੈ। ਹੇ ਪ੍ਰਭੂ, ਆਪਣੇ ਸੇਵਕ ਨਾਨਕ ਦੀ ਵੀ ਅਰਜ਼ੋਈ ਸੁਣ। ਨਾਨਕ ਨੂੰ ਆਪਣਾ ਸਿਰਫ ਨਾਮ ਹਿਰਦੇ ਵਿੱਚ ਵਸਾਉਣ ਲਈ ਦੇ। ਆਸਾ ਮਹਿਲਾ ਪੰਜਵਾਂ। ਮਨ ਤ੍ਰਿਪਤਾਨੋ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ। ਜਿਸ ਮਨੁੱਖ ਉੱਤੇ ਪਿਆਰਾ ਪ੍ਰਭੂ ਦਇਆਵਾਨ ਹੋ ਜਾਂਦਾ ਹੈ, ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਉਸ ਦੇ ਮਾਇਆ ਦੇ ਮੋਹ ਦੇ ਸਾਰੇ ਹੀ ਬੰਧਨ ਟੁੱਟ ਜਾਂਦੇ ਨੇ। ਸੰਤ ਪ੍ਰਸਾਦ ਭਲੀ ਬਣੀ, ਜਾ ਕੈ ਗ੍ਰਹਿ ਸਭ ਕਿਛ ਹੈ, ਪੂਰਨ ਸੋ ਭੇਟਿਆ ਨਿਰਭੈ ਧਨੀ ਰਹਾਉ। ਹੇ ਭਾਈ, ਗੁਰੂ ਦੀ ਕਿਰਪਾ ਨਾਲ ਮੇਰਾ ਭਾਗ ਜਾਗ ਪਿਆ ਹੈ। ਮੈਨੂੰ ਉਹ ਮਾਲਕ ਮਿਲ ਪਿਆ ਹੈ ਜਿਸ ਨੂੰ ਕਿਸੇ ਪਾਸੋਂ ਕੋਈ ਡਰ ਨਹੀਂ ਤੇ ਜਿਹਦੇ ਘਰ ਵਿੱਚ ਹਰੇਕ ਚੀਜ਼ ਅਮੁੱਕ ਹੈ, ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ। ਨਾਮ ਦ੍ਰਿੜਾਇਆ ਸਾਧ ਕਿਰਪਾਲ, ਮਿਟ ਗਈ ਭੂਖ ਮਹਾ ਵਿਕਰਾਲ। ਹੇ ਭਾਈ, ਦਇਆ ਸਰੂਪ ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਪੱਕਾ ਕਰ ਦਿੱਤਾ, ਉਸ ਦੇ ਅੰਦਰੋਂ ਬੜੀ ਡਰਾਉਣੀ ਮਾਇਆ ਦੇ ਦੁੱਖ ਵੀ, ਭੁੱਖ ਵੀ ਦੂਰ ਹੋ ਗਈ। ਠਾਕੁਰ ਆਪਣਾ ਕੀਨੀ ਦਾਤ, ਜਲਨ ਬੁਝੀ ਮਨ ਹੋਈ ਸ਼ਾਂਤ। ਠਾਕੁਰ ਪ੍ਰਭੂ ਨੇ ਜਿਸ ਨੂੰ ਆਪਣੇ ਸੇਵਕ ਨਾਮ ਦੀ ਦਾਤ ਬਖਸ਼ੀ, ਉਸ ਦੇ ਮਨ ਵਿੱਚੋਂ ਤ੍ਰਿਸ਼ਨਾ ਦੀ ਸੜਨ ਬੁਝ ਗਈ ਤੇ ਉਹਦੇ ਮਨ ਵਿੱਚ ਠੰਡ ਵਰਤ ਗਈ, ਸ਼ਾਂਤੀ ਪੈ ਗਈ। ਮਿਟ ਗਈ ਭਾਲ ਮਨ ਸਹਿਜ ਸਮਾਨਾ, ਨਾਨਕ ਪਾਇਆ ਨਾਮ ਖਜ਼ਾਨਾ। ਹੇ ਨਾਨਕ, ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਲੱਭ ਲਿਆ, ਦੁਨੀਆ ਦੇ ਖਜ਼ਾਨਿਆਂ ਵਾਸਤੇ ਉਸ ਦੀ ਭਾਲ ਦੂਰ ਹੋ ਗਈ। ਹੁਣ ਉਹਨੂੰ ਕੋਈ ਪਰਵਾਹ ਨਹੀਂ, ਦੁਨੀਆ ਦੇ ਖਜ਼ਾਨੇ ਉਹਨੂੰ ਮਿਲਣ ਭਾਵੇਂ ਨਾ ਮਿਲਣ, ਨਾਮ ਰੂਪੀ ਖਜ਼ਾਨਾ ਉਹਨੂੰ ਜੋ ਮਿਲ ਗਿਆ, ਉਸ ਦਾ ਮਨ ਆਤਮਿਕ ਅਡੋਲਤਾ ਦੇ ਵਿੱਚ ਟਿਕ ਗਿਆ। ਅੱਜ ਦੀ ਬਾਣੀ ਦੇ ਰਾਹੀਂ ਅਸੀਂ ਸਿੱਖਿਆ ਕਿ ਨਾ ਹੀ ਤੇ ਦੁੱਖਾਂ ਦੇ ਵਿੱਚ ਰੋਣ ਵਾਲਾ ਕਾਮਯਾਬ ਹੈ, ਨਾ ਹੀ ਖੁਸ਼ੀਆਂ ਦੇ ਵਿੱਚ ਹੱਸਣ ਵਾਲਾ ਕਾਮਯਾਬ ਹੈ, ਤੇ ਨਾ ਹੀ ਭਵਿੱਖ ਦੇ ਵਿੱਚ ਸੁੱਖ ਹਾਸਲ ਕਰਨ ਦੀ ਆਸ ਮਨ ਵਿੱਚ ਪਾਲੀ ਬੈਠਣ ਵਾਲਾ ਕਾਮਯਾਬ ਹੈ। ਤਾਂ ਫਿਰ ਕਾਮਯਾਬ ਕਿਹੜਾ ਹੈ? ਕਾਮਯਾਬ ਉਹ ਹੈ ਜਿਹਨੇ ਸੁੱਖਾਂ ਦੀ ਲਾਲਸਾ ਆਪਣੇ ਮਨ ਵਿੱਚੋਂ ਮਿਟਾ ਲਈ, ਦੁੱਖਾਂ ਦਾ ਡਰ ਆਪਣੇ ਮਨ ਵਿੱਚੋਂ ਮਿਟਾ ਲਿਆ, ਭਵਿੱਖ ਦੀਆਂ ਆਸਾਂ ਆਪਣੇ ਮਨ ਵਿੱਚੋਂ ਖਤਮ ਕਰ ਛੱਡੀਆਂ, ਜਿਹਨੇ
ਆਪਣੇ ਆਪ ਨੂੰ ਪ੍ਰਮਾਤਮਾ ਦੇ ਅੱਗੇ ਨਿਸ਼ਾਵਰ ਕਰ ਦਿੱਤਾ, ਜਿਨੇ ਇਹ ਮੰਨ ਲਿਆ ਕਿ ਪ੍ਰਮਾਤਮਾ ਜੋ ਹੁੰਦਾ ਹੈ ਤੇਰੀ ਰਜ਼ਾ ਅਧੀਨ ਹੀ ਹੁੰਦਾ ਹੈ, ਜਿਨੇ ਆਪਣੇ ਆਪ ਨੂੰ ਮਾਇਆ ਤੋਂ ਮੁਕਤ ਕਰ ਲਿਆ, ਮੋਹ ਤੋਂ ਮੁਕਤ ਕਰ ਲਿਆ। ਜਿਹੜਾ ਜੀਵਨ ਦੇ ਵਿੱਚ ਸਹਿਜ ਅਵਸਥਾ ਦੇ ਵਿੱਚ ਟਿਕ ਗਿਆ ਉਹ ਕਾਮਯਾਬ ਹੈ। ਸਹਿਜ ਅਵਸਥਾ ਉਹ ਅਵਸਥਾ ਜਿੱਥੇ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਆਸ-ਪਾਸ ਜੋ ਕੁਝ ਵੀ ਵਾਪਰ ਰਿਹਾ ਹੋਵੇ ਤੁਸੀਂ ਡੋਲਦੇ ਨਹੀਂ। ਤੁਹਾਡੇ ਮਨ ਦੀ ਜੋ ਸਥਿਤੀ ਹੈ ਉਹ ਨਿਰੰਤਰ ਸਹਿਜ ਦੇ ਵਿੱਚ ਬਰਕਰਾਰ ਰਹਿੰਦੀ ਹੈ, ਨਿਰੰਤਰ ਅਡੋਲ ਰਹਿੰਦੀ ਹੈ। ਸਹਿਜ ਅਵਸਥਾ ਉਹ ਅਵਸਥਾ ਜਿੱਥੇ ਤੁਸੀਂ ਜੀਵਨ ਦੇ ਵਿੱਚ ਘਟਣ ਵਾਲੀਆਂ ਮਾੜੀਆਂ ਘਟਨਾਵਾਂ ਦੇ ਲਈ ਪ੍ਰਮਾਤਮਾ ਨੂੰ ਦੋਸ਼ੀ ਨਹੀਂ ਠਹਿਰਾਉਂਦੇ ਜਾਂ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਉਂਦੇ, ਬਲਕਿ ਉਹਨਾਂ ਵਰਤਾਰਿਆਂ ਨੂੰ, ਉਹਨਾਂ ਘਟਨਾਵਾਂ ਨੂੰ ਸਵੀਕਾਰ ਕਰ ਲੈਂਦੇ ਹੋ ਖਿੜੇ ਮੱਥੇ ਪ੍ਰਮਾਤਮਾ ਦੀ ਰਜ਼ਾ ਸਮਝ ਕੇ। ਸੋ ਉਮੀਦ ਕਰਦੇ ਹਾਂ ਇਹ ਸਿੱਖਿਆਵਾਂ ਤੁਸੀਂ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਓਗੇ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਨੂੰ ਇਹਨਾਂ ਸਿੱਖਿਆਵਾਂ ਨੂੰ ਅਨਿੱਖੜਵਾਂ ਅੰਗ ਆਪਣੇ ਜੀਵਨ ਦਾ ਬਣਾਉਣ ਦੇ ਵਿੱਚ ਸਹਾਇਤਾ ਕਰਨ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।